ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਪੂਰੇ ਭਾਰਤ ਵਿੱਚ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਪੂਰੇ ਮੁਲਕ ਵਿੱਚ ਇੱਕ ਤਰ੍ਹਾਂ ਅੱਗ ਲੱਗੀ ਹੋਈ ਹੈ। ਵਿਰੋਧ ਹੋ ਰਿਹਾ ਹੈਗਾ ਸਰਕਾਰ ਦੀ ਉਸ ਯੋਜਨਾ ਦਾ ਜਿਹੜੀ ਯੋਜਨਾ ਨੂੰ ਇਹਨਾਂ ਨੇ ਨਾਮ ਦਿੱਤਾ ਹੈਗਾ ਅਗਨੀਪਥ ਯੋਜਨਾ ਤੇ ਅਗਨੀਵੀਰ ਤਿਆਰ ਕੀਤੇ ਜਾਣਗੇ। ਅਗਨੀਪਥ ਦਾ ਭਾਵ ਹੁੰਦਾ ਹੈਗਾ ਕਿ ਅੱਗ ਦਾ ਰਾਹ, ਅਗਨੀਪਥ ਅੱਗ ਦਾ ਰਸਤਾ, ਔਰ ਅੱਗ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਕਿਹਾ ਜਾਂਦਾ ਅਗਨੀਵੀਰ। ਭਈ ਅੱਗ ਦੇ ਰਸਤੇ ਉੱਪਰ ਚੱਲਣ ਵਾਲੇ ਅਗਨੀਵੀਰ ਬਹਾਦਰ ਯੋਧੇ ਇਦਾਂ ਦੇ ਕਹਿੰਦੇ ਤਿਆਰ ਕਰਾਂਗੇ। ਕਿੰਨੇ ਵਰਿਆਂ ਵਾਸਤੇ? 4 ਸਾਲਾਂ ਵਾਸਤੇ। ਕਿੰਨੀ ਉਮਰ ਦੇ? 17.5 ਸਾਲ ਦੀ ਉਮਰ ਤੋਂ ਉੱਪਰ ਦੇ ਜਿਹੜੇ ਨੌਜਵਾਨ ਜਿਹੜੇ ਜਵਾਨੀ ਦੀ ਦਹਲੀਜ਼ ਦੇ ਉੱਪਰ ਹਲੇ ਪੈਰ ਰੱਖਦੇ ਹੁੰਦੇ ਨੇ ਉਹਨਾਂ ਨੂੰ ਭਰਤੀ ਕੀਤਾ ਜਾਊਗਾ। ਉਹਨਾਂ ਨੂੰ ਬਕਾਇਦਾ ਜਿਹੜੇ ਆਧੁਨਿਕ ਹਥਿਆਰ ਹੈਗੇ ਨੇ ਉਹਨਾਂ ਦੀ ਟ੍ਰੇਨਿੰਗ ਦਿੱਤੀ ਜਾਊਗੀ। ਟ੍ਰੇਨਿੰਗ ਕਿੱਦਾਂ ਦਿੱਤੀ ਜਾਊਗੀ? ਭਲਾ ਜਿੱਦਾਂ ਫੌਜ ਦੀ ਟ੍ਰੇਨਿੰਗ ਹੁੰਦੀ ਹੈਗੀ ਆ ਇੱਦਾਂ ਹੀ ਪੂਰੀ ਤਰ੍ਹਾਂ ਉਹਨਾਂ ਨੂੰ ਟ੍ਰੇਨਡ ਕੀਤਾ ਜਾਊਗਾ। ਸੋ 4 ਸਾਲ ਬਾਅਦ ਫਿਰ ਉਹਨਾਂ ਦੀ ਜਿਹੜੀ ਹੈਗੀ ਆ ਭਈ ਬਸ ਤੁਹਾਡੀ ਸਮਾਪਤੀ ਹੋ ਗਈ ਜੀ। 4 ਸਾਲ ਬਾਅਦ ਤੁਹਾਡੀ ਨੌਕਰੀ ਪੂਰੀ ਹੋ ਗਈ। ਸੋ ਇਹ ਹੈਗਾ ਜੀ ਸਾਰਾ ਕੁਝ 4 ਵਰਿਆਂ ਬਾਅਦ। ਹੁਣ ਦੇਸ਼ ਦੇ ਵਿੱਚ ਜਿਹੜਾ ਵਿਰੋਧ ਹੋ ਰਿਹਾ ਹੈਗਾ ਉਹ ਜਿਸ ਗੱਲ ਨੂੰ ਲੈ ਕੇ ਹੋ ਰਿਹਾ ਹੈਗਾ ਉਹਦੇ ਬਾਰੇ ਗੱਲ ਕਰਾਂਗੇ ਥੋੜ੍ਹੀ ਜਿਹੀ, ਤੇ ਥੋੜ੍ਹੀ ਜਿਹੀ ਗੱਲ ਕਰਾਂਗੇ ਉਸ ਗੱਲ ਦੇ ਬਾਰੇ ਜਿਹੜੀ ਗੱਲ ਦਾ ਜ਼ਿਕਰ ਬਹੁਤ ਘੱਟ ਹੋ ਰਿਹਾ ਹੈਗਾ। ਦੱਬਵੀਂ ਆਵਾਜ਼ ਦੇ ਵਿੱਚ ਲੋਕ ਜ਼ਰੂਰ ਕਹਿ ਰਹੇ ਹੈਗੇ ਆ ਕਿ ਇਸ ਵਿਰੋਧ ਦੀ ਵਜ੍ਹਾ ਜਿਸ ਕਾਰਨ ਕਰਕੇ ਵਿਰੋਧ ਹੋ ਰਿਹਾ ਹੈਗਾ ਉਹ ਤਾਂ ਹੈ ਹੀ ਹੈ। ਉਸ ਤੋਂ ਇਲਾਵਾ ਵੀ ਇੱਕ ਆ ਵੀ ਵਜ੍ਹਾ ਹੈਗੀ ਆ। ਕਿਹੜੀ ਵਜ੍ਹਾ ਭਲਾ? ਉਹ ਵੀ ਆਪਾਂ ਵਿਚਾਰਾਂਗੇ। ਉਹ ਵਜ੍ਹਾ ਜਿਹੜੀ ਹੈਗੀ ਆ ਇਹ ਹੈ ਕਿ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਇਹ ਮਹਿਸੂਸ ਕਰਦੇ ਆ ਕਿ ਜਿਹੜੀ ਭਾਰਤ ਦੀ ਸਰਕਾਰ ਹੈ, ਭਾਰਤ ਦੀ ਸਰਕਾਰ ਦੇ ਕੋਲ ਆਲਰੇਡੀ ਪਹਿਲੇ ਜਿਹੜੀ ਫੌਜ ਹੈਗੀ ਆ ਪਲੱਸ ਜਿਹੜੀ ਉਹਨਾਂ ਦੇ ਕੋਲ ਪੁਲਿਸ ਹੈਗੀ ਆ ਜਾਂ ਜਿਹੜਾ ਉਹਨਾਂ ਦੇ ਕੋਲ ਹੋਰ ਅਮਲਾ ਫੈਲਾ ਹੈਗਾ ਆ ਉਹਦੀ ਵਰਤੋਂ ਤਾਂ ਭਾਰਤ ਦੀ ਸਰਕਾਰ ਘੱਟ ਗਿਣਤੀ ਕੌਮਾਂ ਦੇ ਖਿਲਾਫ ਕਰ ਜਾਂਦੀ ਹੈਗੀ ਆ। 1984 ਜਦੋਂ ਸਿੱਖਾਂ ਦੇ ਮੁਕੱਦਸ ਅਸਥਾਨ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ, ਸਿੱਖ ਇਹ ਮਹਿਸੂਸ ਕਰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਪਰ ਖਾੜਕੂਵਾਦ ਦੇ ਵੇਲੇ ਅੱਤਵਾਦੀ ਕਹਿ ਕੇ ਪੰਜਾਬ ਦੀਆਂ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲਿਆਂ ਨੂੰ ਬੇਕਸੂਰਾਂ ਨੂੰ ਵੀ ਘਰਾਂ ਚੋਂ ਚੁੱਕ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ। ਸਿੱਖ ਇਸ ਕਰਕੇ ਵੀ ਦੱਬਵੀਂ ਆਵਾਜ਼ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਇਹ ਜਿਹੜੇ ਅਗਨੀਵੀਰ ਤਿਆਰ ਕਰਨ ਜਾ ਰਹੀ ਹੈ ਸਰਕਾਰ, ਵੀ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਇਹ ਜਿਹੜੇ ਅਗਨੀਵੀਰ ਹੈਗੇ ਆ ਇੱਦਾਂ ਤਿਆਰ ਕਰ ਦੇਣ ਪੂਰੀ ਤਰ੍ਹਾਂ, ਉਹਨਾਂ ਨੂੰ ਪੂਰੀ ਤਰ੍ਹਾਂ ਹਥਿਆਰਾਂ ਦੀ ਟ੍ਰੇਨਿੰਗ ਵੀ ਦੇ ਦਿੱਤੀ ਜਾਵੇ। ਹੁਣ ਉਹਦੇ ਵਿੱਚ ਇਹ ਵੀ ਹੈਗਾ ਆ ਵੀ ਕਿਹਨਾਂ ਨੂੰ ਸ਼ਾਮਲ ਕੀਤਾ ਜਾਊਗਾ, ਕਿ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਜਿਹੜੇ ਲੋਕ ਹਿੰਦ ਹਕੂਮਤ ਤੋਂ ਖਫਾ ਨੇ ਜਾਂ ਇਹਨਾਂ ਦੇ ਏਜੰਡਿਆਂ ਤੋਂ ਖਫਾ ਨੇ, ਜਿਹੜਾ ਇਹਨਾਂ ਦਾ ਏਜੰਡਾ ਹਿੰਦੂ ਰਾਸ਼ਟਰ, ਕੀ ਉਹਨਾਂ ਕੌਮਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ, ਉਹਨਾਂ ਵਿੱਚ ਭਰਤੀ ਕੀਤਾ ਜਾਊਗਾ ਉਹਨਾਂ ਦੇ ਵਸਿੰਦਿਆਂ ਨੂੰ ਜਿਹੜੇ ਇਹ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਇੱਥੇ ਧੱਕਾ ਹੋਇਆ, ਜਿਹੜੇ ਇੱਦਾਂ ਮਹਿਸੂਸ ਕਰਦੇ ਆ ਵੀ ਉਹਨਾਂ ਨੂੰ ਵੀ ਰੱਖਿਆ ਜਾਊਗਾ ਕਿ ਆਓ ਜੀ ਅਸੀਂ ਤੁਹਾਨੂੰ ਵੀ ਭਰਤੀ ਕਰਦੇ ਹਾਂ। ਸੋ ਮੁੱਖ ਦੀ ਗੱਲ ਇਹ ਆ ਕਿ ਹੁਣ ਜਿਨ੍ਹਾਂ ਦੇ ਮਨਾਂ ਵਿੱਚ ਦੇਖੋ ਇਹ ਸਾਰਾ ਕੁਝ ਘੁੰਮਦਾ ਪਿਆ ਆ, ਉਹਨਾਂ ਦੇ ਮਨਾਂ ਵਿੱਚ ਇਹ ਖਿਆਲ ਆਉਣੇ ਵਾਜਬ ਨੇ ਕਿ ਜਿਹੜੀ ਤੁਹਾਡੀ ਪਹਿਲੇ ਫੌਜ ਜਿਹੜੇ ਕਿ ਲੰਬਾ ਸਮਾਂ ਕਈ ਵਰੇ ਉਹਨਾਂ ਦੀ ਬਕਾਇਦਾ ਟ੍ਰੇਨਿੰਗ ਹੁੰਦੀ ਆ ਪਹਿਲਾਂ, ਉਸ ਤੋਂ ਬਾਅਦ ਫਿਰ ਉਹ ਲੰਬਾ ਸਮਾਂ ਜੌਬ ਕਰਦੇ ਆ, ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਹੁੰਦੀ ਹੈਗੀ ਆ। ਵੀ ਉਹ ਜਿਹੜੀ ਫੌਜ ਹੈਗੀ ਆ ਜਦੋਂ ਉਹ ਸੇਵਾ ਦੇ ਵਿੱਚ ਹਾਜ਼ਰ ਹੁੰਦੀ ਆ, ਭਾਰਤ ਦੀ ਸਰਕਾਰ ਦੀ ਸੇਵਾ ਦੇ ਵਿੱਚ ਨੌਕਰੀ ਤੇ ਹੁੰਦੇ ਆ ਜਦੋਂ ਉਹ ਫੌਜੀ, ਉਸ ਵੇਲੇ ਉਹਨਾਂ ਫੌਜੀਆਂ ਨੂੰ ਹਿੰਦ ਹਕੂਮਤ ਤੇ ਸਿੱਖਾਂ ਦੇ ਮੁਕੱਦਸ ਅਸਥਾਨ ਦੇ ਉੱਪਰ ਟੈਂਕਾਂ ਤੋਪਾਂ ਦੇ ਨਾਲ ਲੈਸ ਕਰਕੇ ਭੇਜ ਸਕਦੀ ਹੈ ਕਿ ਜਾਓ ਤੁਸੀਂ ਸਿੱਖਾਂ ਦਾ ਮੁਕੱਦਸ ਅਸਥਾਨ ਢਾਹ ਦਿਓ। ਤੇ ਆਹ ਜਿਹੜੀ ਟੀਮ ਹੁਣ ਤਿਆਰ ਹੋਊਗੀ, ਹੁਣ ਉਹਦੇ ਬਾਰੇ ਸ਼ੰਕੇ ਇਹ ਉੱਠ ਰਹੇ ਹੈਗੇ ਆ। ਜਿਸ ਗੱਲ ਨੂੰ ਲੈ ਕੇ ਵਿਰੋਧ ਹੋ ਰਿਹਾ ਹੈਗਾ ਉਹ ਸਾਡੇ ਸਾਹਮਣੇ ਹੀ ਹੈ ਕਿ ਨੌਜਵਾਨ ਤੇ ਪਹਿਲਾਂ ਹੀ ਇਹ ਮਹਿਸੂਸ ਕਰਦੇ ਆ ਕਿ ਸਾਨੂੰ ਜੋਬਾਂ ਨਹੀਂ ਦੇ ਰਹੀ ਸਰਕਾਰ ਦਾ ਫੇਲੀਅਰ ਹੈਗਾ ਵੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਚੰਗੀ ਸਿਹਤ ਮੁਹੱਈਆ ਨਹੀਂ ਕਰਵਾ ਪਾਈ, ਚੰਗੀ ਪੜ੍ਹਾਈ ਨਹੀਂ। ਹੁਣ 10ਵੀਂ ਪੜ੍ਹਿਆ ਜਿਹੜਾ ਬੱਚਾ ਹੈਗਾ ਆ, ਹੁਣ 10ਵੀਂ ਪਾਸ ਕਰਨ ਤੋਂ ਬਾਅਦ ਉਹ 17.5 ਸਾਲ ਦੀ ਉਮਰ ਦੇ ਵਿੱਚ ਉਹਨੂੰ ਭਰਤੀ ਕਰ ਲਿਆ ਜਾਊਗਾ। ਹੁਣ ਉਹਦੇ ਵਿੱਚ ਇਹਨਾਂ ਨੇ ਕਿਹਾ ਕੀ ਹੈਗਾ, ਇਹ ਕਹਿੰਦੇ ਕਿ 20-25% ਮੰਨ ਲਓ, ਕਹਿੰਦੇ ਵੀ ਜਿਹੜੇ ਰੈਗੂਲਰ ਫੌਜ ਜਿਹੜੀ ਹੁੰਦੀ ਹੈਗੀ ਆ ਜਿਹੜੀ ਲੰਬਾ ਸਮਾਂ ਚੱਲਦੀ ਆ, ਸੋ ਕਹਿੰਦੇ ਵੀ ਹੁਣ 20-25% ਮੰਨ ਲਓ ਜੇ ਉਧਰ ਨੂੰ ਕਹਿੰਦੇ ਲੈ ਜਾਵਾਂਗੇ ਆਪਾਂ, ਉਹਦੇ ਵਿੱਚੋਂ ਛਾਂਟੀ ਕਰ ਲਵਾਂਗੇ। ਹੁਣ ਜਿਹੜੇ ਬਾਕੀ 75-80% ਬਾਕੀ ਰਹਿ ਗਏ ਜਿਹੜੇ 4 ਸਾਲਾਂ ਬਾਅਦ ਸੇਵਾ ਨਿਵਰਤ ਹੋ ਗਏ, ਠੀਕ ਹੈ ਜੀ, ਔਰ ਜਿਹੜੇ ਉਹ 75-80% ਬਚੇ ਜਿਹੜੀ ਉਹ ਐਡੀ ਵੱਡੀ ਜਿਹੜੀ ਫੌਜ ਤਿਆਰ ਹੋ ਜਾਣੀ ਆ, ਉਹ ਕੀ ਕਰੂੰਗੀ ਭਲਾ? ਸੋਚ ਕੇ ਵੇਖੋ। ਹੁਣ 17.5 ਦੇ ਵਿੱਚ ਤੁਸੀਂ 4 ਜਮ੍ਹਾਂ ਕਰ ਲਓ, 18.5, 19.5, 20 ਤੇ 21 22 ਸਾਲ ਦੀ ਉਮਰ ਦਾ ਇੱਕ ਨੌਜਵਾਨ ਉਹ
ਇਦਾਂ ਕਿਹਾ ਕਰੂੰਗਾ ਕਿਸੇ ਨੂੰ ਵੀ, ਉਹਨੂੰ ਕੋਈ ਪੁੱਛਿਆ ਕਰੂੰਗਾ ਕੀ ਕਰਦਾ, ਉਹ ਕਹੂੰਗਾ ਜੀ ਕਰ ਹਟਿਆ ਜੋ ਕਰਨਾ ਸੀ। ਕੀ ਮੈਂ ਜੌਬ ਕਰ ਹਟਿਆ, ਹੁਣ ਮੈਂ ਸੇਵਾ ਨਿਵਰਤ ਹੋ ਚੁੱਕਾ ਆ, ਹੁਣ ਮੈਂ ਸੇਵਾ ਨਿਵਰਤ ਹੋ ਚੁੱਕਾ। ਹੁਣ ਜਦੋਂ ਉਹਦਾ ਵਿਆਹ ਹੋਇਆ ਕਰੂੰਗਾ, ਮੰਨ ਲਓ ਜਦੋਂ ਉਹਦਾ ਵਿਆਹ ਹੋਣਾ ਆ ਆਉਣ ਵਾਲੇ ਸਮੇਂ ਦੇ ਵਿੱਚ, ਤੇ ਉਸ ਵੇਲੇ ਜਦੋਂ ਕੁੜੀ ਦਾ ਦੇਖ ਦਿਖਾਈਆ ਜਦੋਂ ਹੋਣਾ ਹੈਗਾ, ਤੇ ਉਹਨੇ ਪੁੱਛਿਆ ਕਰਨਾ ਮੁੰਡਾ ਰਿਟਾਇਰ ਹੋਆ ਜੀ, ਰਿਟਾਇਰਮੈਂਟ ਮਤਲਬ 22 ਸਾਲਾਂ ਦੇ ਵਿੱਚ, 21 ਸਾਲਾਂ ਦੇ ਵਿੱਚ ਹੀ ਉਹ ਰਿਟਾਇਰਡ ਹੋ ਜਾਊਗਾ। ਹੁਣ ਰਿਟਾਇਰਡ ਹੋਣ ਤੋਂ ਬਾਅਦ ਕੀ ਕਰੂੰਗਾ ਭਲਾ ਫਿਰ ਉਹ 21 ਸਾਲ ਦਾ ਜਵਾਨ ਨੌਜਵਾਨ ਉਹ ਕੀ ਕਰੂੰਗਾ ਉਸ ਤੋਂ ਬਾਅਦ ਫਿਰ? ਭਾਵੇਂ ਕਿ ਹੁਣ ਸਰਕਾਰ ਰਾਜਨਾਥ ਜੀ ਨੇ ਹੁਣ ਕੱਲ ਇਹ ਵੀ ਗੱਲ ਆਖੀ ਆ, ਕਹਿੰਦੇ ਨਹੀਂ ਜੀ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਜੌਬ, ਕੋਈ ਨਾ ਕੋਈ ਕਾਰੋਬਾਰ ਕਰਨ ਦੇ ਵਾਸਤੇ ਉਹਨਾਂ ਨੂੰ ਲੋਨ ਦੇ ਵੀ ਦਿੱਤਾ ਜਾਊਗਾ। ਹੁਣ ਲੋਨ ਜੇ ਦਿੱਤਾ ਵੀ ਜਾਊਗਾ ਤੇ ਉਹ ਮੋੜਨਾ ਵੀ ਤਾਂ ਮੁੜ ਕੇ ਪੈਣਾ ਹੀ ਆ ਨਾ, ਜੇ ਹੋਰ ਸੁੱਖ ਸਹੂਲਤਾਂ ਦੇਵੋਗੇ ਵੀ। ਸੋ ਮੁੱਖ ਦੀ ਗੱਲ ਇਹ ਆ ਕਿ ਜਿਸ ਮੁਲਕ ਦੇ ਵਿੱਚ ਆਪਾਂ ਸਾਰੇ ਰਹਿ ਰਹੇ ਹੈਗੇ ਆ, ਇਸ ਮੁਲਕ ਦੇ ਜੋ ਹਾਲਾਤ ਹੈਗੇ ਆ, ਸਰਕਾਰਾਂ ਦੇ ਜੋ ਫੇਲੀਅਰ ਆ, ਸਰਕਾਰਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਜੋ ਕੁਝ ਦੇ ਸਕੀ ਹੈ ਹੁਣ ਤੱਕ, ਜੋ ਦੇਣਾ ਚਾਹੀਦਾ ਸੀ ਉਹ ਨਹੀਂ ਦੇ ਪਾਈ। ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ, ਭੁੱਖਮਰੀ ਇੰਨੀ ਜ਼ਿਆਦਾ ਫੈਲੀ ਹੋਈ ਹੈ, ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਆ ਇਸ ਮੁਲਕ ਦੀ ਜਿਹੜੀ ਤਰਾਸਦੀ ਹੈ ਉਹ ਇਹ ਹੈ ਕਿ ਲੋਕ ਇੱਕ ਦੂਜੇ ਦਾ ਕਤਲ ਤੱਕ ਕਰਨ ਜਾ ਰਹੇ ਆ। ਇਦਾਂ ਦੇ ਹਾਲਾਤ ਬਣੇ ਹੋਏ ਆ, ਗੈਂਗਸਟਰਾਂ ਦੀ ਇੱਕ ਟੀਮ ਉਹ ਘੁੰਮ ਰਹੀ ਆ ਸਰਕਾਰ ਦੇ ਮੁਤਾਬਕ ਹੀ। ਸਰਕਾਰ ਹੀ ਕਹਿੰਦੇ ਆ, ਅਸੀਂ ਤੇ ਕਈ ਵਾਰ ਇਹ ਕਹਿੰਦੇ ਆ ਕਿ ਗੈਂਗਸਟਰ ਵੀ ਕਾਹਦੇ ਗੈਂਗਸਟਰ, ਕਿਹਨੇ ਤਿਆਰ ਕੀਤੇ ਗੈਂਗਸਟਰਾਂ ਨੂੰ ਕੌਣ ਤਿਆਰ ਕਰਦਾ ਹੈਗਾ? ਕਿ ਮਾਂ ਆਪਣੇ ਪੇਟ ਦੇ ਵਿੱਚੋਂ ਜੰਮਦੀ ਆ ਗੈਂਗਸਟਰ? ਨਹੀਂ ਜੰਮਦੀ, ਹੈ ਨਾ। ਹੁਣ ਦੇਸ਼ ਦੀ ਜਿਹੜੀ ਹਕੂਮਤ ਹੈਗੀ ਆ ਉਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ, ਆਪਣੀਆਂ ਸਟੇਟਾਂ ਦੇ ਨਾਗਰਿਕਾਂ ਨੂੰ ਚੰਗੀ ਤਰ੍ਹਾਂ ਨਹੀਂ ਸਾਂਭ ਸਕਦੀ ਜਾਂ ਨਹੀਂ ਸਾਂਭ ਪਾਈ। ਨਸ਼ਿਆਂ ਦੇ ਆਦੀ, ਮਾਂ ਦੇ ਪੇਟ ਵਿੱਚੋਂ ਕੋਈ ਜੰਮ ਕੇ ਸਿੱਖ ਕੇ ਜੰਮਦਾ ਹੈਗਾ ਕਿ ਮੈਂ ਨਸ਼ਾ ਕਰਨਾ ਆ ਤੇ ਮੈਂ ਇਸ ਤਰੀਕੇ ਦੇ ਨਾਲ ਨਸ਼ਾ ਕਰਨਾ ਹੈਗਾ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਉਹਨਾਂ ਨੂੰ ਨਹੀਂ ਸਾਂਭ ਪਾਉਂਦੀ ਹੈਗੀ ਜਦੋਂ, ਤੇ ਫਿਰ ਉਸ ਵੇਲੇ ਉਹ ਨੌਜਵਾਨ ਹੁਣ ਕੁਰਾਹੇ ਪੈ ਜਾਂਦੇ ਆ ਜਾਂ ਜੋ ਕੁਝ ਵੀ ਕਰਦੇ ਹੈਗੇ। ਹੁਣ ਆਪਾਂ ਜੋ ਕਹਿੰਦੇ ਹੈਗੇ ਆ ਕਿ ਗੁੰਡੇ ਇਕੱਠੇ ਹੋ ਕੇ, ਧਾੜਵੀ ਇਕੱਠੇ ਹੋ ਕੇ ਹਮਲਾ ਕਰਤਾ। ਹੁਣ ਨਵੰਬਰ 1984 ਵਿੱਚ ਕੀ ਹੋਇਆ ਸੋਚ ਕੇ ਵੇਖੋ। ਦਿੱਲੀ ਦੀਆਂ ਸੜਕਾਂ ਦੇ ਉੱਪਰ ਉਹ ਲੋਕ ਟ੍ਰੇਨਡ ਨਹੀਂ ਸੀਗੇ, ਉਹ ਜਿਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਜਿਉਂਦਿਆਂ ਸਾੜ ਦਿਓ। ਹੁਣ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ, ਸਰਕਾਰਾਂ ਦੇ ਜੋ ਏਜੰਡੇ ਹੈਗੇ ਆ, ਹੁਣ ਜੇ ਸਰਕਾਰਾਂ ਉਹਨਾਂ ਆਮ ਲੋਕਾਂ ਨੂੰ ਵਰਤ ਸਕਦੀਆਂ ਨੇ, ਉਹਨਾਂ ਦੇ ਪਿੱਠ ਦੇ ਉੱਪਰ ਖੜਿਆਂ ਹੋ ਕੇ, ਜੋ ਉਸ ਵੇਲੇ राजीव गांधी ये कह सकता है कि जब कोई बड़ा पेड़ गिरता है तो धरती हिलती ही है। सो उस वेले धरती नूं हिलाउण वास्ते अनट्रेनड बंदियां दा जे इस्तेमाल किया जा सकता है। भी ये बेरोजगार वा, लोड़वंद वा, इन्हां नूं चार छिल्लड़ दे दिओ ते उन्हां दे कोलों जो मर्जी पुट्ठे काम करवा लो। हुण जिहड़ी ओह हथियारां दे नाल लैस 75%, क्योंकि 20-25% इन्हां ने मान लो जिहड़ी मेन फौज हैगी उह 'च भर्ती इन्हां ने कर लई, जिहड़े बाकी रह जाणगे 75% ਉਹ ਜਿਹੜੀ ਫੌਜ ਐਡੀ ਤਿਆਰ ਹੋਈ ਹੋਣੀ ਆ, ਉਹਨਾਂ ਦੇ ਕੋਲ ਹਥਿਆਰਾਂ ਨੂੰ ਚਲਾਉਣ ਦੀ ਟ੍ਰੇਨਿੰਗ ਵੀ ਹੋਊਗੀ ਬਕਾਇਦਾ ਉਹਨਾਂ ਦੇ ਕੋਲ। ਸੋਚ ਕੇ ਵੇਖੋ, ਉਹ ਤਾਂ ਟ੍ਰੇਨਡ ਵੀ ਹੋਣਗੇ, ਉਹਨਾਂ ਨੂੰ ਹਥਿਆਰ ਚਲਾਉਣੇ ਵੀ ਆਉਂਦੇ ਹੋਣਗੇ। ਹੁਣ ਜੇ ਸਰਕਾਰ ਦੀ ਮਨਸ਼ਾ ਮਾੜੀ ਹੋਊਗੀ, ਸਰਕਾਰ ਜੇ ਉਹਨਾਂ ਨੂੰ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦਾ ਘਾਣ ਕਰਨ ਦੇ ਵਾਸਤੇ ਵਰਤ ਲਊਗੀ। ਇਹ ਪਹਿਲਾਂ ਹੋਇਆ ਆ, ਮੈਂ ਤਾਂ ਕਹਿ ਰਿਹਾ। ਇਸ ਗੱਲ ਨੂੰ ਕੋਈ ਇਹ ਨਾ ਸੋਚੇ, ਸਰਕਾਰ ਵੀ ਇਹ ਨਾ ਸੋਚੇ ਕਿ ਸਾਡੇ ਤੇ ਐਲੀਗੇਸ਼ਨ, ਇੱਕ ਪੱਤਰਕਾਰ ਹੋਣ ਦੇ ਨਾਤੇ ਸਵਾਲ ਹੀ ਕਰਦੇ ਆ। ਪਹਿਲਾਂ ਵੀ ਹੋਇਆ ਇੱਦਾਂ ਨਾ, ਹੁਣ ਪਹਿਲੀਆਂ ਸਰਕਾਰਾਂ ਨੇ ਵੀ ਇਦਾਂ ਕੀਤਾ। ਹੁਣ ਜੇ ਆਉਣ ਵਾਲੀਆਂ ਸਰਕਾਰਾਂ ਕੀ ਇਸ ਗੱਲ ਦੀ ਗਰੰਟੀ ਦਿੰਦੀਆਂ ਨੇ ਕਿ ਆਉਣ ਵਾਲੇ ਸਮੇਂ 'ਚ ਭਵਿੱਖ ਦੇ ਵਿੱਚ ਇਦਾਂ ਨਹੀਂ ਹੋਊਗਾ? ਇੱਕ ਸਵਾਲ ਹੋਇਆ ਇੱਕ ਪੱਤਰਕਾਰ ਦਾ। ਸੋ ਇੱਕ ਗੱਲ ਹੋਰ ਵੀ ਹੈਗੀ ਆ, ਮੈਂ ਦੱਸ ਦਿੰਦਾ, ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਮੈਨੂੰ ਵੀ ਨਹੀਂ ਪਤਾ ਸੀਗਾ, ਮੈਂ ਵੀ ਜਾਣਕਾਰੀ ਹਾਸਲ ਇਕੱਠੀ ਕੀਤੀ ਤਾਂ ਮੈਨੂੰ ਤਾਂ ਪਤਾ ਲੱਗਾ। ਇਹ ਜਿਹੜੀ ਨਾ ਸਕੀਮ ਹੈਗੀ ਆ, ਕਈਆਂ ਨੂੰ ਲੱਗਦਾ ਹੋਊਗਾ ਕਿ ਬਹੁਤ ਇਹ ਨਿਵੇਕਲਾ ਜਿਹਾ ਕਦਮ ਪੁੱਟਣ ਜਾ ਰਹੀ ਆ ਭਾਰਤ ਦੀ ਸਰਕਾਰ। ਨਿਵੇਕਲਾ ਜਿਹਾ ਨਹੀਂ ਹੈਗਾ ਇਹ, ਤੇ ਆਲਰੇਡੀ ਪਹਿਲਾਂ ਵੀ ਕਈ ਮੁਲਕਾਂ ਦੇ ਵਿੱਚ ਸਾਰਾ ਕੁਝ ਹੈਗਾ ਹੀ ਆ। ਬਹੁਤ ਸਾਰੇ ਮੁਲਕ ਇਦਾਂ ਦੇ ਹੈਗੇ ਜਿਨ੍ਹਾਂ ਵਿੱਚੋਂ ਇੱਕ ਇਜ਼ਰਾਈਲ ਮੁਲਕ ਜਿਹੜਾ ਹੈਗਾ ਉਹ ਉੱਥੇ ਵੀ ਹੈਗਾ ਇੱਦਾਂ। ਉੱਥੇ ਕੀ ਹੈਗਾ ਭਲਾ ਇਜ਼ਰਾਈਲ ਦੇ ਵਿੱਚ? ਉੱਥੇ ਔਰਤਾਂ ਤੇ ਮਰਦਾਂ ਦੇ ਵਾਸਤੇ ਇਹ ਜਿਹੜੀ ਟ੍ਰੇਨਿੰਗ ਹੈਗੀ ਆ ਫੌਜ ਦੀ, ਉਹ ਲਾਜ਼ਮੀ ਆ, ਜ਼ਰੂਰੀ ਆ। ਉੱਥੇ 2020 ਤੱਕ ਪੁਰਸ਼ਾਂ ਦੇ ਵਾਸਤੇ, ਬੰਦਿਆਂ ਦੇ ਵਾਸਤੇ 2 ਸਾਲ 6 ਮਹੀਨੇ ਸੀਗੀ, ਤੇ ਔਰਤਾਂ ਦੇ ਵਾਸਤੇ 2 ਸਾਲ ਇੱਦਾਂ ਉੱਥੇ ਹੈਗਾ ਇਜ਼ਰਾਈਲ। ਹੁਣ ਗੱਲ ਲੰਬੀ ਹੋ ਜਾਣੀ ਆ, ਮੈਂ ਸ਼ਾਰਟ ਵਿੱਚ ਗੱਲ ਨਿਬੇੜ ਦੇਣੀ ਆ ਥੋੜ੍ਹੀ ਥੋੜ੍ਹੀ ਕਰਕੇ ਗੱਲ। ਇੱਦਾਂ ਹੀ ਇਜ਼ਰਾਈਲ ਵਾ, ਇੱਦਾਂ ਹੀ ਬਰਮੂਡਾ ਮੁਲਕ ਹੈਗਾ ਆ। ਇਸ ਤੋਂ ਇਲਾਵਾ ਬ੍ਰਾਜ਼ੀਲ ਹੋ ਗਿਆ, ਉੱਥੇ ਵੀ ਇੱਦਾਂ ਹੀ ਹੈਗਾ ਜੀ। ਗ੍ਰੀਕ ਹੋ ਗਿਆ, ਈਰਾਨ ਹੋ ਗਿਆ, ਉੱਤਰ ਕੋਰੀਆ ਹੋ ਗਿਆ, ਦਕਸ਼ਣ ਕੋਰੀਆ ਹੋ ਗਿਆ, ਮੈਕਸੀਕੋ ਹੋ ਗਿਆ, ਰੂਸ ਹੋ ਗਿਆ। ਸੋ ਇੱਦਾਂ ਹੀ ਸਿੰਗਾਪੁਰ ਹੋ ਗਿਆ, ਸਿੰਗਾਪੁਰ ਤੋਂ ਇਲਾਵਾ ਸਵਿਟਜ਼ਰਲੈਂਡ ਹੋ ਗਿਆ, ਥਾਈਲੈਂਡ ਹੋ ਗਿਆ। ਇਹ ਮੈਂ ਜਿਹੜੇ ਮੁਲਕਾਂ ਦੇ ਨਾਮ ਲੈ ਰਿਹਾ ਨਾ, ਇਹ ਉਹ ਮੁਲਕ ਨੇ ਜਿੱਥੇ ਆਲਰੇਡੀ ਇੱਦਾਂ ਕਿਤੇ 2 ਸਾਲ ਦੀ ਆ, ਕਿਤੇ
ਕੁਛ ਕਿਤੇ ਕੁਛ ਇਦਾਂ ਉੱਥੇ ਆਲਰੇਡੀ ਹੈਗਾ ਹੀ ਆ। ਉੱਥੇ ਸਾਰੇ ਜਿਹੜੇ ਆਮ ਨਾਗਰਿਕ ਹੈਗੇ ਨੇ ਉਹਨਾਂ ਵਾਸਤੇ ਤੁਰਕੀ ਹੋ ਗਿਆ, ਸੰਯੁਕਤ ਅਰਬ ਅਮੀਰਾਤ। ਸੋ ਇਹ ਉਹ ਮੁਲਕ ਹੈਗੇ ਆ ਜਿੱਥੇ ਬਕਾਇਦਾ ਆਮ ਲੋਕਾਂ ਨੂੰ ਇਹਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹੁਣ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਇਦਾਂ ਹੀ ਭਾਰਤ ਸਰਕਾਰ ਜਿਹੜੀ ਹੈਗੀ ਆ, ਜਾਂ ਭਾਰਤ ਸਰਕਾਰ ਵੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕਹਿ ਸਕਦੀ ਹੈ ਕਿ ਜਿੱਦਾਂ ਹੋਰ ਮੁਲਕਾਂ ਦੇ ਵਿੱਚ ਹੈਗਾ ਸਾਰਾ ਕੁਝ, ਇਦਾਂ ਹੀ ਹੋਰ ਮੁਲਕਾਂ ਦੀ ਤਰਜ਼ ਦੇ ਉੱਪਰ ਅਸੀਂ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਹੈਗੇ ਆ, ਜਿਹੜੇ ਫੌਜ ਵਿੱਚ ਭਰਤੀ ਹੋਣੇ ਆ ਉਹ ਤਾਂ ਹੋਣੇ ਹੀ ਆ, ਜਿਹੜੇ ਆਮ ਨਾਗਰਿਕ ਨੇ ਅਸੀਂ ਉਹਨਾਂ ਵਾਸਤੇ ਜਿੱਦਾਂ ਹੋਰ ਮੁਲਕਾਂ 'ਚ ਹੈਗਾ ਇਦਾਂ ਹੀ ਕਰਨ ਜਾ ਰਹੇ ਹੈਗੇ ਆ। ਪਰ ਜਿੱਦਾਂ ਮੈਂ ਪਹਿਲਾਂ ਜਿਹੜਾ ਸਵਾਲ ਪੁੱਟ ਕੀਤਾ ਹੈਗਾ, ਉਹ ਸਵਾਲ ਫਿਰ ਸਰਕਾਰ ਦੇ ਮੂਹਰੇ ਖੜਾ ਆ। ਦੇਖੋ ਸਰਕਾਰ ਦਾ, ਜੇ ਤਾਂ ਸਰਕਾਰ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਜਾਂ ਆਪਣੇ ਦੇਸ਼ ਦੇ ਨਾਗਰਿਕ ਜਿਹੜੇ ਹੈਗੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਆਪਣਾ ਵਿਸ਼ਵਾਸ ਬਣਾ ਸਕੀ ਹੋਵੇ, ਇੰਨੇ ਵਰੇ ਹੋ ਚੁੱਕੇ ਨੇ ਇਸ ਮੁਲਕ ਨੂੰ ਆਜ਼ਾਦ ਹੋਇਆ, ਜੇ ਤਾਂ ਵਿਸ਼ਵਾਸ ਬਣਿਆ ਹੋਵੇ ਫੇਰ ਤਾਂ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਨਾ ਹੋਣ। ਤੁਸੀਂ ਸੋਚ ਕੇ ਵੇਖੋ, ਆ ਜਿਹੜੇ ਲੋਕ ਵਿਰੋਧ ਕਰ ਰਹੇ ਆ, ਹੁਣ ਪੂਰੇ ਭਾਰਤ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਵਿਰੋਧ ਹੋ ਰਿਹਾ ਹੈਗਾ, ਅੱਗਾਂ ਲਾਈਆਂ ਜਾ ਰਹੀਆਂ ਨੇ, ਰੇਲਵੇ ਸਟੇਸ਼ਨ ਤਬਾਹ ਕੀਤੇ ਜਾ ਰਹੇ ਆ, ਪੁਲਿਸ ਚੌਂਕੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ, ਉਹਨਾਂ ਨੂੰ ਵੀ ਸਾੜ ਕੇ ਤੇ ਸਵਾਹ, ਮਤਲਬ ਕਿੰਨਾ ਕਰੋੜਾਂ ਦਾ ਜਿਹੜਾ ਹੈਗਾ ਨੁਕਸਾਨ ਉਹ ਆ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਹੈਗਾ 3-4 ਦਿਨਾਂ ਵਿੱਚ ਕਰ ਦਿੱਤਾ ਗਿਆ ਹੈਗਾ। ਹਾਲੇ ਤੱਕ ਵੀ ਹਾਲਾਤ ਕੰਟਰੋਲ ਦੇ ਵਿੱਚ ਨਹੀਂ ਹੈਗੇ। ਸੋਚ ਕੇ ਵੇਖੋ, ਹੁਣ ਜਿਹੜੇ ਇਹ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹੈਗੇ ਆ, ਵਿਰੋਧ ਕਰ ਰਹੇ ਆ, ਅੱਗਾਂ ਲਾ ਕੇ ਸਾੜ ਫੂਕ ਕਰ ਰਹੇ ਆ, ਭੰਨ ਤੋੜ ਕਰ ਰਹੇ ਆ, ਬੀਜੇਪੀ ਦੇ ਇੱਕ ਲੀਡਰ ਦੀ ਕੁੱਟਮਾਰ ਵੀ, ਇਹ ਸਾਰਾ ਕੁਝ ਜਿਹੜਾ ਹੈਗਾ, 1-2 ਮੌਤਾਂ ਵੀ ਹੋ ਚੁੱਕੀਆਂ ਨੇ। ਸੋ ਇਹ ਜਿਹੜਾ ਵਿਰੋਧ ਕਰਨ ਵਾਲੇ ਜਿਹੜਾ ਇਹ ਤਬਕਾ ਹੈਗਾ ਨਾ, ਇਹ ਉਹ ਤਬਕਾ ਨਹੀਂ ਹੈਗਾ ਜਿਹੜਾ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨਾਲ ਸੰਬੰਧਿਤ ਹੋਵੇ ਤੇ ਜਿਨ੍ਹਾਂ ਬਾਰੇ ਆਪਾਂ ਇਹ ਕਹਿ ਸਕਦੇ ਹੋਈਏ ਕਿ ਇਹਨਾਂ ਨੇ ਸਿਰਾਂ ਦੇ ਉੱਪਰ ਪੱਗਾਂ ਬੰਨੀਆਂ ਹੋਈਆਂ ਨੇ ਤੇ ਇਹ ਸਰਕਾਰਾਂ ਇਹਨਾਂ ਨੂੰ ਗਿਣ ਕੇ ਮਿੱਥ ਕੇ ਕਿਸ ਸਾਜ਼ਿਸ਼ ਦੇ ਤਹਿਤ ਪਹਿਲਾਂ ਵੀ ਇਹਨਾਂ ਕਮਿਊਨਿਟੀ ਦੇ ਲੋਕਾਂ ਨੂੰ ਮਾਰ ਚੁੱਕੀ ਹੈ। ਇਹ ਉਹ ਲੋਕ ਨਹੀਂ ਹੈਗੇ। ਦੇਖੋ, ਜਿਹੜੇ ਲੋਕ ਉਹ ਨਹੀਂ ਹੈਗੇ, ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਆ, ਦੂਜਿਆਂ ਨੂੰ ਤਾਂ ਕਹਿੰਦੇ ਆ ਕਿ ਇਹ ਤਾਂ ਬਾਗੀ ਹੋ ਗਿਆ ਜੀ ਮੁਲਕ ਤੋਂ, ਭਾਵੇਂ ਕਿ ਉਹ ਕਿਸੇ ਵਜ੍ਹਾ ਕਰਕੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਜਾਂ ਮਾਰੇ ਏਜੰਡਿਆਂ ਕਰਕੇ ਬਾਗੀ ਹੋ ਗਏ। ਇਹ ਤਾਂ ਨਹੀਂ ਨਾ ਹੈਗੇ, ਉਸ ਕੈਟਾਗਰੀ ਵਿੱਚ ਨਹੀਂ ਨਾ ਆਉਂਦੇ ਹੈਗੇ ਇਹ। ਸੋ ਇਹ ਕਿਉਂ ਬਾਗੀ ਹੋਏ ਫਿਰਦੇ ਆ, ਇਹ ਕਿਉਂ ਅੱਗਾ ਲਾ ਰਹੇ ਆ ਆਪਣੇ ਹੀ ਮੁਲਕ ਦੀ ਪ੍ਰਾਪਰਟੀ ਨੂੰ? ਇਹਦਾ ਮਤਲਬ ਸਰਕਾਰ ਆਪਣੇ ਦੇਸ਼ ਦੇ ਇਹਨਾਂ ਨਾਗਰਿਕਾਂ ਦੇ ਮਨਾਂ ਵਿੱਚ ਵੀ ਆਪਣਾ ਵਿਸ਼ਵਾਸ ਪੈਦਾ ਨਹੀਂ ਬਣਾ ਸਕੀ ਹੈ, ਇਹਨਾਂ ਦੇ ਮਨਾਂ 'ਚ ਨਹੀਂ ਬਣਾ ਸਕੀ। ਤੇ ਹੁਣ ਦੂਜੀਆਂ ਜਿਹੜੀਆਂ ਕੌਮਾਂ ਭਾਰਤ ਦੀਆਂ ਵੱਖ-ਵੱਖ ਸਰਕਾਰਾਂ ਦਾ ਨਿਸ਼ਾਨਾ ਬਣਦੀਆਂ ਰਹੀਆਂ ਨੇ, ਪਹਿਲਾਂ ਵੀ ਕਤਲੇਆਮ ਦਾ ਸ਼ਿਕਾਰ ਹੁੰਦੀਆਂ ਰਹੀਆਂ ਨੇ, ਜਿਹੜੀਆਂ ਕੌਮਾਂ ਦੀ ਨਸਲਕੁਸ਼ੀ ਹੁੰਦੀ ਰਹੀ ਹੈ ਸਰਕਾਰਾਂ ਦੀ ਸਰਪ੍ਰਸਤੀ ਦੇ ਹੇਠ, ਤੇ ਉਹਨਾਂ ਲੋਕਾਂ ਦੇ ਮਨਾਂ ਵਿੱਚ ਸਰਕਾਰ ਕਦੋਂ ਨੂੰ ਵਿਸ਼ਵਾਸ ਪੈਦਾ ਕਰ ਪਾਊਗੀ ਵੀ ਠੀਕ ਆ ਜੀ, ਸਰਕਾਰ ਦੀ ਯੋਜਨਾ ਠੀਕ ਹੈ ਜਿੱਦਾਂ ਬਾਕੀ ਮੁਲਕਾਂ 'ਚ ਹੈਗਾ ਆ, ਹੋਰ ਵੀ ਜਿਹੜੇ ਮੈਂ ਨਾਂ ਗਿਣਾ ਕੇ ਹਟਿਆ, ਤੇ ਇੱਦਾਂ ਭਾਰਤ ਵਿੱਚ ਵੀ ਹੈਗਾ, ਕੋਈ ਐਡੀ ਗੱਲ ਨਹੀਂ ਹੈਗੀ। ਸੋ ਹੋ ਸਕਦਾ ਸਰਕਾਰ ਦੀ ਇਹ ਮਾੜੀ ਮਨਸ਼ਾ ਨਾ ਹੋਵੇ ਕਿ ਇੱਕ ਇੱਦਾਂ ਦੀ ਫੌਜ ਤਿਆਰ ਕਰੋ, ਉਸ ਫੌਜ ਦੇ ਰਾਹੀਂ ਜਾਂ ਉਸ ਫੌਜ ਨੂੰ ਵਰਤ ਕੇ ਉਹਨਾਂ ਨੌਜਵਾਨਾਂ ਨੂੰ, ਬੇਰੁਜ਼ਗਾਰਾਂ ਨੂੰ, ਜਿਹੜੇ ਉਹ ਤੋਂ 4 ਸਾਲਾਂ ਬਾਅਦ ਬੇਰੁਜ਼ਗਾਰ ਹੋ ਜਾਣੇ ਆ, ਉਹ ਭਈ 4 ਵਰ੍ਹਿਆਂ ਬਾਅਦ ਹਥਿਆਰਾਂ ਦੀ ਟ੍ਰੇਨਿੰਗ ਲੈ ਚੁੱਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਸੀਂ ਉਹਨਾਂ ਦਾ ਘਾਣ ਕਰਨ ਵਾਸਤੇ ਵਰਤਣਾ। ਹੋ ਸਕਦਾ ਸਰਕਾਰ ਇੰਜ ਨਾ ਵੀ ਕਰੇ, ਪਰ ਸਵਾਲ ਫਿਰ ਆਪਣੀ ਜਗ੍ਹਾ ਤੇ ਖੜਾ ਹੈਗਾ ਆ, ਕਿਉਂਕਿ ਪਹਿਲਾਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਇਦਾਂ ਦੇ ਕੰਮ ਹੋ ਚੁੱਕੇ ਨੇ। ਇਸ ਕਰਕੇ ਸਰਕਾਰ ਕੀ ਇਸ ਗੱਲ ਦੀ ਗਰੰਟੀ ਦਿੰਦੀ ਹੈ ਕਿ ਸਰਕਾਰ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕਰ ਸਕੂਗੀ ਕਿ ਭਵਿੱਖ ਦੇ ਵਿੱਚ ਅਸੀਂ ਇਦਾਂ ਦਾ ਕੁਝ ਨਹੀਂ ਕਰਾਂਗੇ, ਲੋਕ ਇਦਾਂ ਦੇ ਤੌਖਲੇ ਆਪਣੇ ਮਨ ਦੇ ਵਿੱਚ ਨਾ ਰੱਖਣ। ਇਹ ਸਰਕਾਰ ਦੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਵਾ। ਹੁਣ ਦੇਖਣਾ ਹੋਊਗਾ ਕਿ ਸਰਕਾਰ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਇਹ ਯੋਜਨਾ ਜਿਹੜੀ ਲੈ ਕੇ ਆ ਰਹੀ ਆ ਅਗਨੀਪਥ ਵਾਲੀ, ਉਹਨੂੰ ਲਾਗੂ ਕਰ ਪਾਉਂਦੀ ਹੈ, ਜਾਂ ਆ ਜਿਹੜਾ ਵਿਰੋਧ ਹੋ ਰਿਹਾ ਹੈਗਾ, ਇਸ ਵਿਰੋਧ ਦੇ ਚੱਲਦਿਆਂ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪੈਂਦਾ। ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ, ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਸਰਕਾਰ ਦੀ ਜਿਹੜੀ ਇਹ ਅਗਨੀਪਥ ਵਾਲੀ ਯੋਜਨਾ ਹੈ, ਜਿਹੜੇ ਅਗਨੀਵੀਰ ਤਿਆਰ ਕੀਤੇ ਜਾਣੇ ਨੇ, ਜਿਨ੍ਹਾਂ ਵਿੱਚੋਂ 20-25% ਨੂੰ ਤਾਂ ਮੰਨ ਲਓ ਉਹਨਾਂ ਨੇ ਰੈਗੂਲਰ ਫੌਜ ਦੇ ਵਿੱਚ ਭਰਤੀ ਕਰ ਲਿਆ, ਜਿਹੜੀ ਬਾਕੀ 75% ਟੀਮ ਹੋਊਗੀ, ਇੱਕ ਵੱਡੀ ਫੌਜ ਜਿਹੜੀ ਅਤ ਆਧੁਨਿਕ ਹਥਿਆਰਾਂ ਦੀ ਟ੍ਰੇਨਿੰਗ ਲੈ ਚੁੱਕੀ ਹੋਊਗੀ। ਤੁਹਾਨੂੰ ਕੀ ਲੱਗਦਾ ਹੈਗਾ ਕਿ ਭਵਿੱਖ ਦੇ ਵਿੱਚ ਉਹਦਾ ਕੀ ਬਣੂਗਾ, ਉਹਨਾਂ ਦੇ ਭਵਿੱਖ ਦਾ ਕੀ ਬਣੂਗਾ? ਕੀ ਤੁਹਾਨੂੰ ਵੀ ਇਉਂ ਲੱਗਦਾ ਹੈਗਾ ਕਿ ਸਰਕਾਰ ਆਪਣੀ ਕਿਸੇ ਮਾੜੀ ਮਨਸ਼ਾ ਦੇ ਤਹਿਤ ਉਹਨਾਂ ਨੂੰ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੇ ਖਿਲਾਫ ਵਰਤ ਸਕਦੀ ਹੈ? ਜਾਂ ਇਹ ਜਿਹੜਾ ਸਵਾਲ ਹੈਗਾ, ਇਸ ਸਵਾਲ ਦਾ ਜਵਾਬ ਸਰਕਾਰ ਵਧੀਆ ਤਰੀਕੇ ਦੇ ਨਾਲ ਕੋਈ ਦੇਣ ਦੇ ਸਮਰੱਥ ਹੈ? ਆਪਾਂ ਇਸ ਗੱਲ ਦੀ ਉਡੀਕ ਕਰਾਂਗੇ। ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ। ਬਹੁਤ ਬਹੁਤ ਧੰਨਵਾਦ।